सर्व कला समरथ डोलन दे राखो प्रभु। नानक दे घर हथ अगम अगोचर सच साहिब मेरा। नानक बोले बुलाया तेरा। जेता जियो पिंड सब तेरा। तू अंतरजामी पुरख भगवान। दासन दास कहे जन नानक। जिहा तू कराए तिहा करी बख्यान। सतनाम श्री वाहिगुरु साहिब जी। एक ओंकार सतगुर प्रसाद। आसा श्री कबीर जियो के चौपदे एक तुके। सनक सनंद अंत नहीं पाया। वेद पढ़े पढ़ ब्रह्मे जन्म गवाया। हर का बिलोव ना बिलोवो मेरे भाई। सहज बिलोवो जैसे तत ना जाई रहाओ। तन कर मटकी मन माए बिलोई। इस मटकी में शब्द संजोई। हर का बिलोवना मन का विचारा। गुर प्रसाद पावै अमृत धारा। कहो कबीर नदर करे जे मीरा। राम नाम लग उतरे तीरा। कहो कबीर नदर करे जे मीरा। राम नाम लग उतरे तीरा। वाहिगुरु जी का खालसा वाहिगुरु जी की फतेह। गुरु रूप साध संगत जीओ, संसार दे अंदर जिन्ने भी धर्म हैं सारे धर्मां दे अंदर ऐसे भी मनुख हैं जिहड़े परमात्मा दे नाम रस नूं प्राप्त करना चाहुंदे हन। भगत कबीर साहब जी अज दे पावन शब्द दे विच समस्त संसार दे जिन्ने भी मनुख हैं जो चाहुंदे ने सानू आत्मक रस प्राप्त होवे, नाम रस प्राप्त होवे, उपदेश कर रहे हैं। लड़ीवार जो कथा इस पावन स्थान ते चल रही है जिसके तहत अज का जो पावन शब्द विचार अधीन है, ये पावन शब्द श्री गुरु ग्रंथ साहिब महाराज जी के पावन अंग 478 ते सुभाएमान है। भगत कबीर साहब जी इस पावन शब्द के विच उपदेश कर रहे हैं। जिहड़ा भी कोई जगियासू परमात्मा के नाम रस नूं प्राप्त करना चाहुंदा है, विधि दस रहे ने, तरीका दस रहे ने। हर का बिलोवना बिलोवो मेरे भाई। सहज बिलोवो जैसे तत ना जाई। ये रहाओ दा बंद है। रहाओ दियां पंक्तियां विच रहाओ दे बंद विच शब्द दा सारा केंद्री भाव हुंदा है। धर्म की दुनिया के अंदर जदों कोई मनुख प्रवेश करता है तो वो वेखदा है जिहड़े पहलां उस धर्म के मार्ग ते चल रहे हुंदे ने
ਉਹਨਾਂ ਵੱਲ ਵੇਖਦਾ ਹੈ ਤੇ ਉਹਨਾਂ ਵਿੱਚੋਂ ਬਹੁਤਾਤ ਗਿਣਤੀ ਉਹ ਹੈ ਜਿਹੜੀ ਪੜ੍ਹ ਪੜ੍ਹ ਗੱਡੀ ਲੱਦੀ ਹੈ, ਪੜ੍ਹ ਪੜ੍ਹ ਭਰੀ ਹੈ ਸਾਥ। ਤੇ ਉਹਨਾਂ ਨੂੰ ਵੇਖ ਕਰਕੇ ਉਹ ਜਿਹੜਾ ਨਵਾਂ ਉੱਥੇ ਆਇਆ ਹੈ ਉਹ ਵੀ ਉਸ ਮਾਰਗ ਤੇ ਤੁਰ ਪੈਂਦਾ ਹੈ। ਨਤੀਜਾ ਕੀ ਨਿਕਲਦਾ ਹੈ ਕਿ ਕੋਈ ਪ੍ਰਾਪਤੀ ਨਹੀਂ ਹੁੰਦੀ। ਜਿੰਨੇ ਉਤਸ਼ਾਹ ਦੇ ਨਾਲ ਉਹ ਆਇਆ ਸੀ ਹੁਣ ਨਿਰਾਸ਼ ਹੋ ਜਾਂਦਾ ਹੈ। ਹੁਣ ਵੇਖੋ ਉਹਦਾ ਉਤਸ਼ਾਹ, ਉਹਦਾ ਜਿਹੜਾ ਚਾਅ ਸੀ ਉਹ ਬੜਾ ਸੀ, ਪਰ ਕਮਜ਼ੋਰੀ ਕਿੱਥੇ ਆਈ? ਸੰਗਤ ਉਹਨਾਂ ਲੋਕਾਂ ਦੀ ਹੋਈ ਜੋ ਕੇਵਲ ਕਰਮ ਕਾਂਡ ਦੇ ਮਾਰਗ ਤੇ ਚੱਲ ਰਹੇ ਸਨ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਫਰਮਾਨ ਕਰਦੇ ਨੇ ਵੀ ਇੱਥੇ ਜੇ ਤੂੰ ਧਰਮ ਦੇ ਮਾਰਗ ਤੇ ਤੁਰਨ ਲੱਗਾ, ਇੱਕ ਗੱਲ ਯਾਦ ਰੱਖੀ, ਤੇਰੇ ਨਾਲੋਂ ਪਹਿਲਾਂ ਬੜੇ ਬੜੇ ਐਸੇ ਜਿਹੜੇ ਸਨ ਵਿਦਵਾਨ ਗਿਆਨਵਾਨ, ਉਹਨਾਂ ਨੇ ਪਰਮਾਤਮਾ ਦੇ ਗੁਣ ਬੜੇ ਗਾਏ ਪਰ ਰਸ ਕੋਈ ਨਹੀਂ ਮਿਲਿਆ। ਔਰ ਸਭ ਤੋਂ ਵੱਡਾ ਜਿਹੜਾ ਪ੍ਰਮਾਣ ਹੈ ਉਹ ਬ੍ਰਹਮੇ ਦਾ, ਜਿਹਨੇ ਵੇਦ ਰਚੇ। ਬ੍ਰਹਮਾ ਵੀ ਆਤਮਕ ਰਸ ਨੂੰ ਪ੍ਰਾਪਤ ਨਹੀਂ ਕਰ ਸਕਿਆ। ਉਹਨੂੰ ਵੀ ਆਤਮਕ ਰਸ ਉਦੋਂ ਮਿਲਿਆ ਜਦੋਂ ਉਹਦਾ ਹੰਕਾਰ ਟੁੱਟਿਆ, ਕਿਉਂਕਿ ਪਹਿਲਾਂ ਉਹਨੂੰ ਹੰਕਾਰ ਹੋ ਗਿਆ ਵੀ ਮੇਰੇ ਵਰਗਾ ਤੇ ਕੋਈ ਗਿਆਨੀ ਹੈ ਹੀ ਨਹੀਂ। ਗੁਰਬਾਣੀ ਦੇ ਵਿੱਚ ਉਹਦਾ ਜ਼ਿਕਰ ਆਇਆ, ਬ੍ਰਹਮੈ ਗਰਭ ਕੀਆ ਨਹੀਂ ਜਾਣਿਆ, ਵੇਦ ਕੀ ਬਿਪਤ ਪੜੀ ਪਛਤਾਨਿਆ। ਇਹ ਪਿੱਛੇ ਕਥਾ ਆਪਾਂ ਵਿਸਤਾਰ ਨਾਲ ਸਰਵਣ ਕੀਤੀ ਹੈ। ਬ੍ਰਹਮੇ ਨੂੰ ਹੰਕਾਰ ਹੋ ਗਿਆ, ਆਪਣੇ ਕਰਤੇ ਨੂੰ ਭੁੱਲ ਗਿਆ। ਹੁਣ ਦੇਖੋ ਕਿੰਨਾ ਰੋਸ਼ਨ ਦਿਮਾਗ ਹੋਵੇਗਾ। 4 ਵੇਦ ਜਿਹੜੇ ਰਚੇ ਨੇ ਇਹ ਬ੍ਰਹਮੇ ਦੇ ਉਚਾਰਨ ਕੀਤੇ ਹੋਏ ਨੇ। ਵਿਦਵਾਨਾਂ ਦਾ ਇਹ ਵੀ ਕਹਿਣਾ ਵੀ ਸੰਸਾਰ ਵਿੱਚ ਜਿੰਨੇ ਵੀ ਤਰ੍ਹਾਂ ਦਾ ਗਿਆਨ ਆਪਾਂ ਪੁਰਾਤਨ ਸੁਣਦੇ ਆ ਰਹੇ ਹਾਂ, ਇਹ ਬ੍ਰਹਮੇ ਨੇ ਪ੍ਰਗਟ ਕੀਤਾ ਹੈ। ਇੰਨੀ ਉਹਦੀ ਸਾਧਨਾ ਸੀ। ਵੇਖੋ ਕਿੰਨੀ ਡੂੰਘੀ ਉਹਦੀ ਸਾਧਨਾ। ਜਿਹੜਾ ਹੈ 18 ਮਣ ਭਾਰ ਸਾਰੀ ਬਨਸਪਤੀ ਦਾ ਇੱਕ ਇੱਕ ਪੱਤਾ ਤੋੜਿਆ ਜਾਵੇ ਤੇ ਉਹ 18 ਮਣ ਭਾਰ ਬਣਦਾ ਹੈ। ਇਹ ਵੀ ਖੋਜ ਬ੍ਰਹਮੇ ਨੇ ਕੀਤੀ ਹੈ। ਭਾਰ 18 ਮਾਲਣ ਤੇਰੀ ਬਾਣੀ ਵੀ ਬਟਨ ਆਉਂਦਾ ਨਾ, ਇਹ ਅੱਗੇ ਜਾ ਕੇ ਕਥਾ ਆਵੇਗੀ। ਕਿੰਨੇ ਤਰ੍ਹਾਂ ਦੀ ਖੋਜ ਹੈ, ਇਹ ਸਾਰੀ ਕਹਿੰਦੇ ਬ੍ਰਹਮੇ ਨੇ ਕੀਤੀ ਹੈ। ਇਸੇ ਕਰਕੇ ਹੰਕਾਰ ਹੋ ਗਿਆ, ਆਪਣੇ ਕਰਤੇ ਨੂੰ ਭੁੱਲ ਗਿਆ। ਫਿਰ ਕਹਿੰਦੇ ਹਨ ਜਦੋਂ ਵੇਦ ਇਹਦੇ ਇੱਕ ਦਾਨਵ ਚਰਾ ਕੇ ਲੈ ਗਿਆ, ਫਿਰ ਇਹ ਬੜਾ ਪਛਤਾਇਆ। ਇੱਕ ਤਾਂ ਉਸ ਸਮੇਂ ਇੱਕ ਜਦੋਂ ਪਹਿਲਾਂ ਹੰਕਾਰ ਹੋਇਆ ਬ੍ਰਹਮੇ ਨੂੰ ਕਿ ਸਾਰੇ ਪਾਸੇ ਕਹਿੰਦੇ ਜਲ ਹੀ ਜਲ ਤੇ ਕਮਲ ਫੁੱਲ ਦੇ ਬੈਠਾ ਹੋਇਆ ਹੈ, ਤੇ ਇਹਨੇ ਆਖਿਆ ਹੋਰ ਤੇ ਕੋਈ ਹੈ ਹੀ ਨਹੀਂ, ਮੈਂ ਹੀ ਹਾਂ, ਬਸ ਮੈਂ ਹੀ ਰੱਬ ਹਾਂ। ਆਵਾਜ਼ ਆਈ ਤੇਰਾ ਕਰਤਾ ਇਹ ਕਮਲ ਫੁੱਲ ਹੈ। ਕਹਿੰਦੇ ਹਨ ਇਹਨੇ ਗੁੱਸੇ ਵਿੱਚ ਆ ਕੇ ਲੱਤ ਮਾਰੀ, ਉਹਦੇ ਵਿੱਚ ਗਿਰ ਗਿਆ। ਕਈ ਯੁੱਗ ਉਹਦੇ ਵਿੱਚ ਭਟਕਦਾ ਹੀ ਰਿਹਾ, ਅੰਤ ਨਹੀਂ ਆਇਆ। ਹਾਰ ਕੇ ਬੇਨਤੀ ਕੀਤੀ, ਫਿਰ ਉਸ ਤੋਂ ਬਾਹਰ ਆਇਆ। ਇਸ ਤਰ੍ਹਾਂ ਇਹਦੇ ਹੰਕਾਰ ਦਾ ਜ਼ਿਕਰ ਆਉਂਦਾ ਹੈ। ਕਿੰਨਾ ਗਿਆਨਵਾਨ ਹੋਵੇਗਾ ਕਿ 4 ਵੇਦਾਂ ਨੂੰ ਰਚਿਆ, ਹੋਰ ਅਨੰਤ ਤਰ੍ਹਾਂ ਦੀ ਖੋਜ ਦੁਨੀਆ ਨੂੰ ਦਿੱਤੀ, ਪਰ ਹੰਕਾਰ ਆ ਗਿਆ। ਜਦੋਂ ਧਰਮ ਦੇ ਮਾਰਗ 'ਤੇ ਚੱਲਣਾ ਹੈ, ਮਹਾਰਾਜ ਕਹਿੰਦੇ ਯਾਦ ਰੱਖ ਤੂੰ ਬ੍ਰਹਮੇ ਤੋਂ ਜ਼ਿਆਦਾ ਗਿਆਨੀ ਨਹੀਂ ਹੋ ਸਕਦਾ। ਮਤਾ ਸੋਚੇ ਇਸ ਗਿਆਨ ਨਾਲ ਮੈਂ ਰੱਬ ਨੂੰ ਪਾ ਲਵਾਂਗਾ, ਤੇਰੇ ਤੋਂ ਪਹਿਲਾਂ ਬੜੇ ਬੜੇ ਹੋ ਚੁੱਕੇ ਨੇ। ਹਾਂ, ਇੱਕ ਤਰੀਕਾ ਹੈ, ਭਾਵੇਂ ਤੈਨੂੰ ਕੁਝ ਆਉਂਦਾ ਜਾਂ ਨਹੀਂ ਆਉਂਦਾ, ਬਸ ਸਹਿਜ ਅਵਸਥਾ ਵਿੱਚ ਟਿਕ ਕੇ ਪਰਮਾਤਮਾ ਦਾ ਨਾਮ ਸਹਿਜੇ ਸਹਿਜੇ ਜਪ,
ਅੱਜ ਆਪਾਂ ਵੇਖਦੇ ਹਾਂ ਮਨੁੱਖ ਦੇ ਸਰੀਰ ਨੂੰ ਰੋਗ ਲੱਗਣ ਦੇ, ਸਰੀਰ ਨੂੰ ਔਰ ਮਨ ਨੂੰ ਰੋਗ ਲੱਗਣ ਦੇ ਦੋ ਕਾਰਨ ਹਨ। ਇੱਕ ਸਾਡਾ ਸਰੀਰਕ ਜੀਵਨ ਹੈ, ਇੱਕ ਸਾਡਾ ਆਤਮਿਕ ਜੀਵਨ ਹੈ, ਦੋਵੇਂ ਰੋਗੀ ਹਨ। ਉਹਦਾ ਕਾਰਨ ਸਾਡਾ ਭੋਜਨ ਕਰਨ ਦਾ ਤਰੀਕਾ ਗਲਤ, ਸਾਡਾ ਭਜਨ ਕਰਨ ਦਾ ਤਰੀਕਾ ਗਲਤ। ਅੱਜ ਮਨੁੱਖ ਭੋਜਨ ਕਿਵੇਂ ਕਰ ਰਿਹਾ? ਜਾਂ ਤਾਂ ਫਾਸਟ ਫੂਡ ਖਾ ਰਿਹਾ ਹੈ, ਭਜਨ ਵੀ ਫਾਸਟ ਫੂਡ ਵਿੱਚ ਮਿਲਦਾ ਹੈ, ਭਜਨ ਬੰਦਗੀ ਇਹ ਵੀ ਫਾਸਟ ਫੂਡ ਵਿੱਚ ਮਿਲਦੀ ਹੈ। ਜਿੱਥੇ ਕਿਸੇ ਨੇ ਅਡੰਬਰ ਕਰਤਾ ਦੌੜੇ ਚਲੇ ਜਾਂਦੇ ਆ ਵੀ ਮੈਂ ਉੱਥੋਂ ਲੁੱਟ ਲਿਆਵਾਂ, ਬਸ ਕੁਝ ਵਿਚਾਰਿਆ ਨਹੀਂ, ਕੋਈ ਸਮਝਿਆ ਨਹੀਂ, ਬਸ ਦੌੜੇ ਚਲੇ ਗਏ ਉੱਧਰ। ਕਿਤੋਂ ਕੋਈ ਫੋਟੋਆਂ ਚੁੱਕ ਲਿਆਂਦੀਆਂ, ਕਿਤੋਂ ਮਾਲਾ ਚੁੱਕ ਲਿਆਂਦੀਆਂ, ਕਿਤੋਂ ਕੁਝ ਚੁੱਕ ਲਿਆਂਦਾ, ਅਤੇ ਉਹਦੇ ਨਾਲ ਸਗੋਂ ਹੋਰ ਫਿਰ ਰੋਗੀ ਹੋ ਜਾਂਦਾ। ਕਦੇ ਕਿਸੇ ਦੀ ਮਾਨਤਾ ਕਰਨ ਲੱਗ ਪਿਆ, ਕਦੇ ਕਿਸੇ ਡੇਰੇ ਵੱਲ ਦੌੜ ਗਿਆ, ਕਦੇ ਕਿਸੇ ਪਾਸੇ। ਭੋਜਨ ਕਰਨ ਦਾ ਤਰੀਕਾ ਜਿੰਨਾ ਵੀ ਡਾਕਟਰ ਵੀ ਕਹੇ, ਸਾਇੰਸ ਵੀ ਮੰਨਦੀ ਹੈ ਵੀ ਜਿੰਨਾ ਤੁਸੀਂ ਸਹਿਜ ਨਾਲ ਭੋਜਨ ਛਕੋਗੇ, ਇੱਕ ਗਰਾਹੀ ਮੂੰਹ ਵਿੱਚ ਪਾ ਲਈ, ਉਹਨੂੰ ਚੰਗੀ ਤਰ੍ਹਾਂ ਚਿੱਥ ਕੇ ਖਾਓਗੇ, ਇੱਕ ਤਾਂ ਤੁਹਾਡੇ ਸਰੀਰ ਨੂੰ ਜਿਹੜੀ ਹੈ ਐਨਰਜੀ ਜ਼ਿਆਦਾ ਦੇਵੇਗਾ, ਇੱਕ ਉਸ ਭੋਜਨ ਦਾ ਨੁਕਸਾਨ ਨਹੀਂ, ਕੋਈ ਸਾਈਡ ਇਫੈਕਟ ਨਹੀਂ ਹੈਗਾ ਉਹਦਾ। ਜੇ ਆਪਾਂ ਜਲਦੀ ਜਲਦੀ ਭੋਜਨ ਸੱਟੀ ਜਾਂਦੇ ਹਾਂ ਅੰਦਰ, ਉਹਦੇ ਨਾਲ ਸਾਡੇ ਸਰੀਰ ਨੂੰ ਰੋਗ ਲੱਗਣੇ ਸ਼ੁਰੂ ਹੋ ਜਾਂਦੇ ਨੇ। ਭੋਜਨ ਕਰਨ ਦਾ ਤਰੀਕਾ ਵੀ ਗਲਤ। ਫਿਰ ਭੋਜਨ ਕਰਦੇ ਹਾਂ ਆਪਾਂ ਹੋਰ ਕਰਦੇ ਹਾਂ, ਨਾਲ ਟੀਵੀ ਦੇਖੀ ਜਾਂਦੇ ਹਾਂ, ਨਾਲ ਹੋਰ ਪਾਸੇ ਕਦੀ ਫੋਨ ਸੁਣੀ ਗਏ, ਉਹ ਵੀ ਤਰੀਕਾ ਗਲਤ ਹੈ। ਕਿਉਂਕਿ ਭੋਜਨ ਦੇ ਵਿੱਚੋਂ ਜਿਹੜਾ ਰਸ ਆਉਣਾ ਸੀ ਉਹ ਸਾਡਾ ਰਸ ਉੱਧਰ ਚਲਾ ਗਿਆ, ਇਸ ਕਰਕੇ ਉਹ ਸਾਡੇ ਸਰੀਰ 'ਤੇ ਉਹਦਾ ਅਸਰ ਵੀ ਗਲਤ ਹੋਇਆ। ਇਸੇ ਤਰ੍ਹਾਂ ਭਜਨ ਕਰਨ ਦਾ ਤਰੀਕਾ ਵੀ ਗਲਤ ਹੈ। ਆਪਾਂ ਸਾਰੇ ਕੁਛੇ ਹੀ ਹਾਂ, ਭਾਵੇਂ ਅਸੀਂ ਵੀ ਕਥਾ ਕਰਦੇ ਹਾਂ, ਕੀਰਤਨ ਕਰਦੇ ਹਾਂ ਸਾਰੇ, ਇਹ ਫੋਨ ਨਹੀਂ ਸਾਡਾ ਖਹਿੜਾ ਛੱਡਦਾ ਹੈ। ਇਸ ਕਰਕੇ ਭਜਨ ਕਰਨ ਦਾ ਵੀ ਤਰੀਕਾ ਗਲਤ। ਬਾਣੀ ਬੜੀ ਸਪੀਡ ਦੇ ਨਾਲ ਜੋ ਕਰਨਾ ਬਸ ਛੇਤੀ ਛੇਤੀ ਛੇਤੀ, ਇਸ ਕਰਕੇ ਸਾਨੂੰ ਉਹ ਲਾਭ ਨਹੀਂ ਪ੍ਰਾਪਤ ਹੋ ਰਿਹਾ। ਕਈ ਕਿੰਨੀ ਬਾਣੀ ਪੜ੍ਹ ਜਾਂਦੇ ਨੇ, ਫਿਰ ਵੀ ਸੁੱਕੇ ਦੇ ਸੁੱਕੇ ਰਹਿ ਜਾਂਦੇ ਨੇ, ਕਿਉਂਕਿ ਉਹਨੂੰ ਸਹਿਜ ਵਿੱਚ ਕਮਾਇਆ ਨਹੀਂ। ਬਸ ਇੰਨਾ ਵੀ ਮੈਂ ਗਿਣਤੀ ਵਧਾ ਦੇਵਾਂ ਵੀ ਇੰਨੇ ਪਾਠ ਕਰ ਦਿੱਤੇ ਨੇ, ਗਿਣਤੀ ਪਿੱਛੇ ਆਪਾਂ ਪੈ ਗਏ, ਜਦ ਕਿ ਉਹ ਗਿਣਤੀ ਨਾਲ ਤਾਂ ਮਿਲਦਾ ਹੀ ਨਹੀਂ ਹੈ। ਕੋਈ ਕਿੰਨੀ ਵੀ ਗਿਣਤੀ ਕਰ ਲਵੇ, ਉਹਨੇ ਤਾਂ ਪਿਆਰ ਨਾਲ ਮਿਲਣਾ, ਅਤੇ ਪਿਆਰ ਨਾਲ ਭਾਵੇਂ ਤੁਸੀਂ ਇੱਕ ਪਾਠ ਵੀ ਕਰ ਲਿਆ ਅਤੇ ਉਹ ਵੀ ਪ੍ਰਵਾਨ ਹੋ ਜਾਣਾ ਹੈ। ਤੋ ਭਗਤ ਕਬੀਰ ਸਾਹਿਬ ਜੀ ਫਰਮਾਨ ਕਰ ਰਹੇ ਹਨ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਹ ਮੰਗਲਾਚਰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ। ਜਿੰਨੇ ਵੀ ਮੰਗਲਾਚਰਨ ਨੇ ਤਕਰੀਬਨ ਭਗਤਾਂ ਦੀ ਬਾਣੀ ਅੱਗੇ, ਇਹ ਸਾਰੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਲਿਖੇ ਹੋਏ ਨੇ, ਉਹਨਾਂ ਨੇ ਉਚਾਰਨ ਕੀਤੇ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਇੱਕ ਹੈ, ਉਸੇ ਤੋਂ ਸਾਰਾ ਸੰਸਾਰ ਬਣਦਾ ਹੈ, ਪਾਲਣਾ ਹੁੰਦੀ, ਲੈਤਾ ਹੁੰਦੀ ਹੈ, ਸਰਬ ਕਲਾ ਸਮਰੱਥ ਹੈ, ਉਹਦੀ ਪ੍ਰਾਪਤੀ ਸਤਿਗੁਰ ਪ੍ਰਸਾਦ, ਸਤਿਗੁਰੂ ਦੀ ਕਿਰਪਾ ਨਾਲ ਉਹ ਮਿਲਦਾ ਹੈ। ਆਸਾ ਸ੍ਰੀ ਕਬੀਰ ਜੀਓ ਕੇ ਚੌਪਦੇ ਇੱਕ ਤੁਕੇ। ਆਸਾ ਰਾਗ ਦੇ ਵਿੱਚ ਸ੍ਰੀ ਭਗਤ ਕਬੀਰ ਸਾਹਿਬ ਜੀ ਦੇ ਚੌਪਦੇ ਜਿਹੜੇ ਨੇ ਇੱਕ ਤੁਕ ਵਾਲੇ ਸ਼ਬਦ ਇਹ ਆਉਣਗੇ। ਹੁਣ ਇੱਥੇ ਇੱਕ ਗੱਲ ਨੋਟ ਕਰਨੀ, ਵੇਖੋ ਗੁਰੂ ਅਰਜਨ ਦੇਵ ਜੀ ਮਹਾਰਾਜ ਕਿੰਨਾ ਸਤਿਕਾਰ ਦੇ ਰਹੇ ਨੇ। ਆਸਾ ਸ੍ਰੀ ਕਬੀਰ ਜੀਓ ਕੇ ਚੌਪਦੇ ਇੱਕ ਤੁਕੇ। ਸ੍ਰੀ ਕਬੀਰ ਜੀਓ, ਆਪਾਂ ਭਗਤਾਂ ਦਾ ਗੁਰਸਿੱਖਾਂ ਦਾ ਨਾਂ ਐਵੇਂ ਲਈ ਜਾਂਦੇ ਹਾਂ। ਜਦੋਂ ਕਿਸੇ ਸਿੱਖ ਦਾ ਪਿੱਛੇ ਜੀ ਕੋਈ ਬੋਲ ਰਿਹਾ ਸੀ, ਕਹਿੰਦਾ ਵੀ ਮਣੀ ਸਿੰਘ ਵਰਗਾ ਗ੍ਰੰਥੀ ਚਾਹੀਦਾ ਹੈ। ਅੱਗੇ ਭਾਈ ਲਾਂਦਿਆਂ ਵੀ ਸਾਡੀ ਜ਼ੁਬਾਨ ਪੀੜ ਹੁੰਦੀ ਹੈ। ਭਾਈ ਮਨੀ ਸਿੰਘ ਜੀ ਇਹਨਾਂ ਬੋਲਦਿਆਂ ਵੀ ਜ਼ੁਬਾਨ ਪੀੜ ਹੁੰਦੀ ਹੈ।
कैसे कैसे गुरसिख करनी वाले, जिन्ना सत्कार नाल बाणी विच लिखा, जे को जियो कहे उन्हां को जम की तलब ना होई। इन्ना उन्हां दा नाम महान है। जे आपां सत्कार नाल उन्हां दा नाम लांगे ना जी करके, इन्नी कमाई है उन्हां दी, जमां दी मार तो बचा लवेगा। क्योंकि नाम रियो साधु रहो रहो, गुरु गोबिंद को नानक के जगत में किन जपियो गुरमंत। इस करके जदों भी भगतां दा गुरसिखां दा नां लईए, जी करके लईए। आसा श्री कबीर जीओ के चौपदे एक तुके, चौपदे जिहदे चार चरण हन, चार पौड़ियां, एक तुके एक तुक वाले शब्द। सनक सनंद अंत नहीं पाया, ब्रह्मे दे चार पुत्र सनक सनंदन सनत सनत कुमार इत्यादि आउंदे हन। इन्हां बारे एक ये भी गाथा आउंदी है कि इन्हां ने जदों ये 10-12 साल दे होए, इन्हां ने ये वर मंगिया, असी परमात्मा की भगती करनी है ते साडी बाल बुद्ध ही रहे। बाल बुद्ध का भाव है शरीर भावें वड्डा हो जाए, बालकां वाली बुद्धि ही रहे, छोटियां वाली, जवान बंदे वाली बुद्ध ना होवे। क्योंकि जिवें मनुख जवान हुंदा है तो इस बुद्ध दे विच विषय विकार भी आ जाते हैं, वो संसार की क्रिया हुंदी है। तो इन्हां ने वर मंग के फिर बड़ी भारी तपस्या की कि लम्मा समा साधना करते रहे, तो इन्हां दे मन विच आ गया शायद कि असी रब दा अंत लै लवांगे। कहते हैं फिर विष्णु जी ने आके इन्हां दा भरम निवृत्त किया कि तुसी कदे भी परमात्मा दा अंत नहीं लै सकदे। तुसी की भावें तुहाडे वर्गा करोड़ां अरबां बंदे भी इस तरह साधना करन लग जान, वो भी अंत नहीं लै सकते। सनक सनंद अंत नहीं पाया, वेद पढ़े पढ़ ब्रह्मे जन्म गवाया। ਇਹਦੇ प्रोफैसर ਸਾਹਿਬ ਸਿੰਘ अर्थ करता है कि ब्रह्मे दे पुत्रां ने ब्रह्मे दे उच्चारण किए हुए वेद पढ़ के आत्मक रस नहीं प्राप्त किया, सगों होर उलझ गए तो जन्म व्यर्थ गवा लिया। जदों आपां फरीदकोटियां दा टीका पढ़ते हाँ, वो लिखते ने कि क्योंकि वो 4-5 विद्वानां ने रल के टीका किया सी। फरीदकोट वाले राजे ने टीका कराया, सब तो पहला गुरु ग्रंथ साहिब जी का टीका उन्होंने कराया सी। वेद पढ़े पढ़ ब्रह्मे जन्म गवाया। अपने उच्चारण किए हुए वेदां नूं पढ़ के चंगी तरह घो के बड़ी गहराई दे नाल ब्रह्मे ने इन्हां नूं पढ़िया विचारिया, तो वह वेदां की गिणती मिणती विच ही पै गया कि मेरे वर्गा कोई ज्ञानी हो ही नहीं सकता, तो अपना जन्म गवा लिया। गुरबाणी विच वैसे जे आपां प्रमाण देखीए तो इस अर्थ दे उपर ढुकदे हन, क्योंकि ब्रह्मे नूं हंकार हो गया सी। हंकार हो गया सी। वेद की बिबत पढ़ी पछतानिया, फिर पछताया बड़ा भी मैं तो गलती कर बैठा। क्योंकि वाहिगुरु परमात्मा तो करोड़ां ब्रह्मे साजण दे समर्थ है, तो एक ब्रह्मे की उहदे सामने की वैल्यू है। अपने उच्चारण किए हुए वेदां नूं पढ़ पढ़ के घोख के हंकार हो गया भी मेरे वर्गा कोई। जिवें आपां इहनूं इदां समझ लो कि मनुख ने अपनी प्रॉपर्टी बनाई ना, तो प्रॉपर्टी वेच के फिर हंकारी हो गया, वेखो मैं किड्डी वड्डी कोठी बना ली है, मैं किड्डी वड्डी गड्डी लैंदी, मैं कितना कुछ कर दिता। वो हंकार ही खा गया बंदे नूं। इस तरह ब्रह्मे ने उच्चारण किए वेद, तो उन्होंने उच्चारण किए हुए वेदां का हंकार हो गया। वेखो धन गुरु अर्जन देव जी महाराज श्री गुरु ग्रंथ साहिब जी का स्वरूप जदों तैयार होया, अखीर विच आपां महाराज जी के बचन पढ़ते हाँ, तेरा कीता जातो नाई
मैनों जोग की तोई। मैं निर्गुण यारे को गुण नाही, आपे तरस प्योई। ये तो तुसी तरस कर दिता है, हालांकि वो आप ब्रह्म स्वरूप ਹਨ। हंकार हो गया तो अपना जन्म व्यर्थ गवा लिया। हर का बिलोव ना बिलोवो मेरे भाई, सहज बिलोवो जैसे तत ना जाई। हरि दा बिलोवना, वाहिगुरु परमात्मा दा नाम। बिलोवना कहते ने रिड़कना। भगत कबीर साहब जी कहते रिड़कना भाव है इनू जपना। वाहिगुरु दा नाम बिलोवो अपने जीवन दे विच ये तुहाडे जरूर आउणा चाहिए, सिमरन जरूर करना चाहिए है। ये कोई तोता रटन नहीं है, वाहिगुरु वाहिगुरु जपना। भगत कबीर साहब जी कहते जरूर जपिया करो परमेश्वर दा नाम, पर एक गल चेते रखनी है, सहज बिलोवो जैसे तत ना जाई। जिवें दुध रिड़कदियां हुण तां वो गल है नहीं, मधाणियां आ गईयां बिजली वालियां। पहलां हत्थां नाल दुध रिड़किया जांदा सी ना, ते वो जे किसी बच्ची ने तेजी नाल रिड़कना ते घर दी बजुर्ग माई ने आवाज़ मारनी, तेजी ना कर, मक्खन नहीं आमना। फिर क्योंकि जिन्ना ज़्यादा तेज़ रिड़कोगे ना, उस गर्मी पैदा हो जाती, तो मक्खन फिर बनता नहीं है, तो फिर मक्खन बाहर भी निकलण लग जाता, दुध बाहर भी डिगन लग जाता है मधानी दे विचों। इस करके सहजे सहजे रिड़कना है, तो वो फिर मक्खन का पेड़ा विचों बन जाता है, मक्खन आ जाता है दुध दे विच रिड़कण दे नाल। इस तरह बाणी पढ़दियां तेजी नहीं करनी। जिस कर्म कांड दे विचों गुरु नानक पातशाह संसार नूं कढ़दे पे सी, सिख उसे चीज़ पै गए ने, आपां उसे पासे पै गए हाँ। जिस चीज़ चों महाराज ने सारे संसार नूं कढ़िया, थां पर थां जाके वो कर्म कांड आपां भी करन लग पे। बिल्कुल आपां तो उन्हां तो भी अगे लंघ गए। जिहड़े होर लोग सी ना, होर धर्मां दे लोग, आपां तां उन्हां तो भी अगे लंघ गए हैं। आपां भी इहनूं कर्म कांड ही बना लिया, जद कि बाणी आई सी सानूं ब्रह्म नाल मिलाउण वास्ते, रब नाल एक करन वास्ते। ये अक्सर बेनती करी दी है, बस आपां इत्थों तक रह गए भी बापू चढ़ाई कर गया, उहदा भोग पाना, बच्चे का जन्मदिन है, बच्चे का विआह है, घर का कोठी का झट है, बस इन्ने काम ने। जां कोई रिटायरमेंट हो गया तां पाठ करा लेना, होर ते दूजी गल ही कोई नहीं है। तो वह भी इस तरह होंदा है भी आपां उड़ीकदे हां कोई MLA ने आउणा जां किसी ने, जे ते आउणा कहंदे फिर ते थोड़ा ढिला चलो आराम नाल, ते जे आ गया कहंदे छेती निबेड़ दो, हुण भोग पा दो। बस MLA ना लंघ जावे, वो बंदा ना लंघ जावे। बाणी सानू ब्रह्म नाल मिलाउण वास्ते आई सी, आपां इहनूं कर्म कांड तक ही सीमित कर लिया। सहज बिलोवो जैसे तत ना जाई। कोई गुरमुख तुसी नाम जपो, बाणी पढ़ो, मुड़ के परिवार नूं जे प्राणी चला जाए अखंड पाठ कराउण दी लोड़ ही ना पवे, आप ही इन्ना क नाम जपे कि उहदे पिछों कराउण दी लोड़ ही ना रह जाए। पर आपां ब्राह्मणां वाला कर्म कांड छड्डना नहीं है, तो इन्ना जपे कौन, इन्नी साधना कौन करे। सहज बिलोवो जैसे तत ना जाई। सहजे सहजे जपो नाम सिमरन बाणी, फिर वो तत्त जिहड़ा है जावेगा नहीं, प्राप्त हो जाएगा। वो साडे मन ते भी असर करेगा। आपां वेखदे हां ना, सावन का महीना जल्दी जिहड़ा मींह जोर नाल पैंदा, वो पानी मींह पिया तो पानी रुड़ गया। जिहड़ी निक्की निक्की कणी पैंदी है, भावें मनुख ने लैंटर पा लए ने, वो भी चून लग जाते हैं। जिन्नी निक्की कणी दा मींह पैण लग जाए ना बरीक बरीक, तो जिहड़े पक्के लैंटर ने भी चून लग जाते हैं। ਉਹਦਾ असर इन्ना गहरा होंदा है, क्योंकि वो देखण नूं इदां लगदा मूली जी है मींह, पर वो विच रस जांदा है, पक्के पत्थरां दे विच भी रस जांदा। वेख लो इस तरह जिन्ना सहज नाल बाणी पढ़ोगे, भावें साडा हिरदा किन्ना भी पत्थर है, किन्ना भी कठोर है, इहदे विचों भी रस चून लग जाएगा। पर सहज दे नाल सहज बिलो जैसे तत ना जाई रहाओ। तन कर मटकी मन माए बिलोई। ये तन साडा मटकी है, इहदे विच
ਮਨ ਨੂੰ ਜਿਹੜਾ ਹੈ ਉਹ ਬੁਲਾਉਣਾ ਹੈ, ਮਨ ਦੀ ਪੜਚੋਲ ਕਰਨੀ ਹੈ, ਮਨ ਨੂੰ ਸ਼ਬਦ ਨਾਲ ਜੋੜਨਾ ਹੈ। ਇਸ ਮਟਕੀ ਮੈਂ ਸ਼ਬਦ ਸੰਜੋਈ, ਇਸ ਸਰੀਰ ਰੂਪੀ ਮਟਕੀ ਦੇ ਵਿੱਚ ਜੋ ਗੁਰੂ ਦਾ ਸ਼ਬਦ ਹੈ, ਜੋ ਗੁਰੂ ਦਾ ਮੰਤਰ ਹੈ, ਉਹਨੂੰ ਸਜਾਉਣਾ ਹੈ, ਭਾਵ ਉਹਨੂੰ ਰਿੜਕਣਾ ਹੈ, ਉਹਨੂੰ ਜਪਣਾ ਹੈ, ਵਾਰ-ਵਾਰ ਉਹ ਸਾਧਨਾ ਕਰਨੀ ਹੈ। ਹਰ ਕਾ ਵਿਲੋਵਨਾ ਮਨ ਕਾ ਵਿਚਾਰਾ। ਵਾਹਿਗੁਰੂ ਵਾਹਿਗੁਰੂ ਜਪਣਾ ਕੀ ਹੈ? ਮਨ ਦੀ ਵਿਚਾਰ ਕਰਨੀ, ਮਨ ਨੂੰ ਪਕੜਨਾ ਹੈ। ਨਹੀਂ ਤੇ ਵਾਹਿਗੁਰੂ ਵਾਹਿਗੁਰੂ ਜਿੰਨਾ ਮਰਜ਼ੀ ਕਰੀ ਜਾਓ, ਜੇ ਆਪਾਂ ਮਨ ਦਾ ਖਿਆਲ ਨਹੀਂ ਰੱਖਿਆ ਫਿਰ ਰਸਨਾ ਦੇ ਜਪੇ ਹੋਏ ਦਾ ਕੋਈ ਜ਼ਿਆਦਾ ਲਾਭ ਨਹੀਂ ਹੈ। ਗੁਰ ਪ੍ਰਸਾਦ ਪਾਵੈ ਅੰਮ੍ਰਿਤ ਧਾਰਾ। ਵਾਹਿਗੁਰੂ ਜਦੋਂ ਉਚਾਰਨ ਕਰਨਾ ਤੇ ਨਾਲ ਆਪਣੇ ਮਨ ਨੂੰ ਕੰਟਰੋਲ ਵਿੱਚ ਰੱਖਣਾ ਹੈ, ਮਨ ਨੂੰ ਵਿਚਾਰ ਵਿੱਚ ਰੱਖਣਾ ਹੈ, ਗੁਰੂ ਦੇ ਸ਼ਬਦ ਹੀ ਵਿਚਾਰ ਦੇ ਵਿੱਚ। ਫਿਰ ਕੀ ਹੋਵੇਗਾ? ਗੁਰੂ ਦੀ ਕਿਰਪਾ ਨਾਲ ਤੁਹਾਨੂੰ ਅੰਦਰੋਂ ਅੰਮ੍ਰਿਤ ਰਸ ਝਰਨ ਲੱਗ ਜਾਵੇਗਾ। ਕਹੋ ਕਬੀਰ ਨਜ਼ਰ ਕਰੇ ਜੇ ਮੀਰਾ, ਰਾਮ ਨਾਮ ਲਗ ਉਤਰੇ ਤੀਰਾ। ਭਗਤ ਕਬੀਰ ਸਾਹਿਬ ਕਹਿੰਦੇ ਉਹ ਪਰਮਾਤਮਾ ਪਾਤਸ਼ਾਹ ਵਾਹਿਗੁਰੂ ਨਿਰੰਕਾਰ ਮੀਰਾ ਕਿਰਪਾ ਕਰ ਦੇਵੇ ਤਾਂ ਇਹ ਜੀਵ ਪਰਮਾਤਮਾ ਦੇ ਨਾਮ ਨੂੰ ਜਪ ਕੇ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ। ਭਾਵ ਜਦੋਂ ਇਹ ਜੀਵ ਸਹਿਜ ਨਾਲ ਨਾਮ ਜਪਦਾ ਹੈ ਤੇ ਵਾਹਿਗੁਰੂ ਜ਼ਰੂਰ ਕਿਰਪਾ ਕਰਦਾ ਹੈ, ਪਰਮਾਤਮਾ ਜ਼ਰੂਰ ਬਖਸ਼ਿਸ਼ ਕਰਦਾ ਹੈ। ਜਦੋਂ ਕੋਈ ਜੀਵ ਸਹਿਜ, ਕਿਉਂਕਿ ਉਹਦਾ ਮਾਰਗ ਹੈ ਸਹਿਜ ਦਾ, ਜਲਦੀ ਦਾ ਕੰਮ ਹੁੰਦਾ ਸ਼ੈਤਾਨ ਦਾ, ਪਰਮਾਤਮਾ ਦਾ ਕੰਮ ਬੜਾ ਸਹਿਜ ਦਾ ਹੈ, ਉਹ ਬੜੇ ਸਹਿਜ ਨਾਲ ਕਰਦਾ। ਇਸ ਕਰਕੇ ਜਦੋਂ ਉਹਦੇ ਮਾਰਗ 'ਤੇ ਕੋਈ ਚੱਲਦਾ ਹੈ ਤਾਂ ਉਹ ਵਾਹਿਗੁਰੂ ਪਰਮਾਤਮਾ ਜ਼ਰੂਰ ਕਿਰਪਾ ਕਰਦਾ ਹੈ। ਸਤਿਗੁਰੂ ਜੀ ਮਿਹਰਾਮਤ ਕਰਨ, ਅੰਮ੍ਰਿਤ ਬਚਨਾਂ ਨੂੰ ਕਮਾ ਸਕੀਏ। ਹੋਈਆਂ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।